ਮਿੱਤਰ ਸੈਨਮੀਤ ਦੇ ਕਹਾਣੀ ਸੰਗ੍ਰਹਿ ਲਾਮ ਦੀ ਕਹਾਣੀ ਹੈ ਸਟਾਰ। ਜਿਉਂ-ਜਿਉਂ ਸੂਰਜ ਦੀ ਗਰਦਨ ਉੱਚੀ ਹੁੰਦੀ ਜਾ ਰਹੀ ਸੀ, ਤਿਉਂ-ਤਿਉਂ ਉਹਨਾਂ ਦੇ ਹੌਸਲੇ ਪਸਤ ਹੁੰਦੇ ਜਾ ਰਹੇ ਸਨ। ਭੋਗ ਪੈਣ 'ਚ ਸਾਰੇ 2 ਕੁ ਘੰਟੇ ਬਾਕੀ ਸਨ, ਪਰ ਪੁੱਜਣ ਵਾਲੇ ਮਹਿਮਾਨਾਂ ਦੀ ਗਿਣਤੀ 100 ਤੱਕ ਵੀ ਨਹੀਂ ਸੀ ਅੱਪੜੀ। ਪ੍ਰੀਤਮ ਤੇ ਉਹਦੇ ਦੋਸਤ ਸਾਰੀ ਰਾਤ ਅੱਖ ਨਹੀਂ ਸੀ ਝਪਕ ਸਕੇ। ਪ੍ਰਬੰਧ ਵਿੱਚ ਥੋੜੀ ਜਿਹੀ ਗੜਬੜ ਵੀ ਹੋ ਗਈ ਤਾਂ ਸਭ ਗੁੜ ਗੋਬਰ ਹੋ ਜਾਣਾ ਸੀ। ਇਹ ਗੁਰਮੁਖ ਸਿੰਘ ਦੀ ਪਹਿਲੀ ਬਰਸੀ ਸੀ। ਉਹ ਕੋਈ ਕਾਇਰਾਂ ਵਾਲੀ ਮੌਤ ਮਰਿਆ ਥਾਣੇਦਾਰ ਨਹੀਂ ਸੀ। ਉਹਦੇ ਵਾਰਸਾਂ ਨੂੰ ਮੂੰਹ ਲੁਕਾਉਣਾ ਪਏ। ਉਹ ਮਾਸੂਮਾਂ ਲਈ ਲੜਦਾ ਅੱਤਵਾਦੀਆਂ ਹੱਥੋਂ ਸ਼ਹੀਦ ਹੋਇਆ ਸੀ। ਬਿਨਾਂ ਬੁਲਾਇਆ ਹੀ ਜਦੋਂ ਉਹਦੇ ਭੋਗ ਤੇ 5-6 ਹਜ਼ਾਰ ਦਾ ਇਕੱਠ ਹੋ ਗਿਆ ਸੀ ਤਾਂ ਇਸ ਵਾਰ ਤਾਂ ਗਿਣਤੀ ਦੁੱਗਣੀ ਤਿਗਣੀ ਹੋ ਸਕਦੀ ਸੀ। ਇਸੇ ਲਈ ਵਿਆਪਕ ਪ੍ਰਬੰਧਾਂ ਦੇ ਨਾਲ-ਨਾਲ ਨਿਗਰਾਨੀ ਵੀ ਸਿਆਣੇ ਬੰਦਿਆਂ ਨੂੰ ਸੌਂਪੀ ਗਈ ਸੀ। ਬਰਸੀ ਦਾ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋਇਆ ਸੀ। ਕੰਧਾਂ ਤੇ ਪੋਸਟਰ ਚਿਪਕਾਉਣ ਤੋਂ ਲੈ ਕੇ ਅਖਬਾਰਾਂ 'ਚ ਇਸ਼ਤਿਹਾਰ ਤੱਕ ਦਿੱਤੇ ਗਏ। ਗਵਰਨਰ ਤੋਂ ਲੈ ਕੇ ਪੁਲਿਸ ਮਹਿਕਮੇ ਦੇ ਛੋਟੇ ਤੋਂ ਛੋਟੇ ਮੁਲਾਜ਼ਮਾਂ ਨੂੰ ਸੱਦਾ ਪੱਤਰ ਘੱਲਿਆ ਗਿਆ ਸੀ। ਨਿੱਜੀ ਸੰਪਰਕ ਕਾਇਮ ਕਰਨ ਦੀ ਵੀ ਪ੍ਰੀਤਮ ਨੇ ਕੋਈ ਕਸਰ ਨਹੀਂ ਛੱਡੀ। ਕਈ ਦਿਨ ਟੈਕਸੀ ਘੁੰਮਦੀ ਰਹੀ। ਲੀਡਰਾਂ ਤੇ ਅਫਸਰਾਂ ਵੱਲੋਂ ਦਿਖਾਏ ਉਤਸ਼ਾਹ ਤੋਂ ਉਹਨੂੰ ਲੱਗਣ ਲੱਗਾ ਸੀ ਕਿ ਇਸ ਵਾਰੀ ਥਾਣੇਦਾਰੀ ਵੱਟ ਤੇ ਪਈ ਸੀ। ਆਉਣ ਵਾਲੇ ਸੱਜਣਾਂ ਨੂੰ ਬੈਠਣ ਉੱਠਣ 'ਚ ਦਿੱਕਤ ਨਾ ਹੋਵੇ, ਇਸ ਲਈ ਵੱਡੇ ਸ਼ਾਮਿਆਨੇ ਲਾਏ ਗਏ ਸਨ। ਖਾਣ ਪੀਣ ਦੀ ਕਮੀ ਨਾ ਰਹੇ, ਇਸ ਲਈ ਹਲਵਾਈ ਬਿਠਾਇਆ ਗਿਆ ਸੀ। ਬੁਲਾਰਿਆਂ ਦਾ ਵੀ ਖਿਆਲ ਰੱਖਿਆ ਗਿਆ ਸੀ ਤੇ ਪੰਡਾਲ ਦੇ ਵਿਚਕਾਰ ਇੱਕ ਛੋਟੀ ਜਿਹੀ ਸਟੇਜ ਬਣਾਈ ਗਈ ਸੀ ਤਾਂ ਜੋ ਯੂਨੀਅਨ ਵਾਲਿਆਂ ਨੂੰ ਮੰਗਾਂ ਰੱਖਣ ਤੇ ਸਰਕਾਰੀ ਨੁਮਾਇੰਦਿਆਂ ਨੂੰ ਐਲਾਨ ਕਰਨ 'ਚ ਕੋਈ ਦਿੱਕਤ ਨਾ ਹੋਵੇ। ਸਰਕਾਰ ਦੀ ਗੈਰ ਹਾਜ਼ਰੀ ਦੇ ਆਸਾਰ ਤਾਂ ਪ੍ਰੀਤਮ ਨੂੰ ਪਹਿਲਾਂ ਹੀ ਦਿਖਾਈ ਦੇ ਰਹੇ ਸਨ ਤੇ ਅੱਜ ਕੱਲ੍ਹ ਦੇ ਗੜਬੜੀ ਵਾਲੇ ਦਿਨਾਂ ਵਿੱਚ ਜੇ ਤਹਿਸੀਲਦਾਰ ਨੇ ਵੀ ਪਿੰਡ ਗੇੜਾ ਮਾਰਨਾ ਹੋਵੇ ਤਾਂ 3 ਦਿਨ ਪਹਿਲਾਂ ਪੁਲਿਸ ਪਿੰਡ ਗੇੜੇ ਮਾਰਨੇ ਸ਼ੁਰੂ ਕਰ ਦਿੰਦੀ ਹੈ। ਡਿਪਟੀ ਕਮਿਸ਼ਨਰ ਜਾਂ ਉਹ ਤੋਂ ਕਿਸੇ ਵੱਡੇ ਅਫਸਰ ਨੇ ਆਉਣਾ ਹੋਵੇ ਤਾਂ ਪੂਰੀ ਚੌਂਕੀ ਡੇਰਾ ਲਾ ਲੈਂਦੀ ਹੈ ਤੇ ਤਲਾਸ਼ੀਆਂ ਤੇ ਫੜਫੜਾਈਆਂ ਹੁੰਦੀਆਂ ਹਨ। ਇੱਥੇ ਗੱਲ ਹੋਰ ਵੀ ਹੈ। ਏਡੇ ਵੱਡੇ ਡਗਡਗੇ ਦੇ ਬਾਵਜੂਦ ਵੀ ਪੁਲਿਸ CRP ਤੱਕ ਹੀ ਕਿਸੇ ਹੋਮ ਗਾਰਡੀਅਨ ਨੇ ਵੀ ਸ਼ਕਲ ਨਹੀਂ ਸੀ ਦਿਖਾਈ। ਸਰਕਾਰੀ ਅਣਗਹਿਲੀ ਤੋਂ ਗਲਤ ਕਿਆਸ ਕੱਢ ਕੇ ਚੁੱਪ ਕਰਨ ਵਾਲਾ ਪ੍ਰੀਤਮ ਵੀ ਨਹੀਂ ਸੀ। ਸਰਕਾਰ ਦਾ ਕੀ ਹੈ, ਚਾਹੇ ਤਾਂ ਅਲਾਦੀਨ ਦੇ ਚਿਰਾਗ ਵਾਂਗ ਮਿੰਟਾਂ ਸਕਿੰਟਾਂ 'ਚ ਹੀ ਸਾਰੇ ਪ੍ਰਬੰਧ ਕਰਦਾ ਹੈ। ਥਾਣੇਦਾਰੀ ਹਾਸਲ ਕਰਨੀ ਹੈ ਤਾਂ ਪਾਪੜ ਤਾਂ ਵਿਲ ਨਹੀਂ ਪੈਣੇ ਹੈ ਤੇ ਜੋਖਮ ਵੀ ਉਠਾਉਣੇ ਪੈਂਦੇ ਹੈ ਤੇ ਕਈ ਵਾਰੀ ਨਜਾਇਜ਼ ਖਰਚ ਵੀ ਹੋ ਜਾਂਦਾ ਹੈ। ਸੌਖਿਆਂ ਹੀ ਥਾਣੇਦਾਰੀ ਮਿਲਣੀ ਹੁੰਦੀ ਤਾਂ ਪਿਛਲੀ ਵਾਰੀ ਭੋਗ ਤੇ ਹੀ ਨਾ ਮਿਲ ਜਾਂਦੀ। ਮਾੜੀ ਕਿਸਮਤ ਉਸੇ ਦਿਨ ਮੁਕਤਸਰ ਬੱਸ ਕਾਂਡ ਹੋ ਗਿਆ। ਗਵਰਨਰ ਤੇ ਡਾਇਰੈਕਟਰ ਜਨਰਲ ਸਭ ਉੱਥੇ ਉਲਝ ਗਏ। ਇਹਦਾ ਮਤਲਬ ਇਹ ਵੀ ਨਹੀਂ ਕਿ ਉਹ ਆਪਣੇ ਬਹਾਦਰ ਅਫਸਰਾਂ ਨੂੰ ਹੀ ਭੁੱਲ ਗਏ। ਗੁਰਮੁਖ ਦੇ ਹਮਦਰਦਾਂ ਦੀ ਧੀਰ ਬੰਧਾਉਣ ਲਈ ਉਹਨਾਂ ਵਿਸ਼ੇਸ਼ ਪ੍ਰਤੀਨਿਧ ਘੱਲੇ ਸਨ। ਭਰੇ ਗਲੇ ਨਾਲ ਜਦੋਂ ਡਿਪਟੀ ਕਮਿਸ਼ਨਰ ਨੇ ਗਵਰਨਰ ਦਾ ਸੰਦੇਸ਼ ਪੜ੍ਹ ਕੇ ਸੁਣਾਇਆ, ਸਭ ਅਸ਼-ਅਸ਼ ਕਰ ਉੱਠੇ ਸਨ। ਹਾਲ ਦੀ ਘੜੀ ਪ੍ਰੀਤਮ ਲਈ ਥਾਣੇਦਾਰੀ ਤੇ ਦੁਖੀ ਪਰਿਵਾਰ ਲਈ 1 ਲੱਖ ਰੁਪਏ ਦੀ ਗ੍ਰਾਂਟ ਦਿਨੋਂ ਦਿਨ ਗਿਰ ਰਹੇ ਪੁਲਿਸ ਦੇ ਮਨੋਬਲ ਨੂੰ ਠੁੰਮਣਾ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚੋਂ ਇਹ ਪਹਿਲਾ ਕਦਮ ਸੀ। ਇਹ ਵੱਖਰੀ ਗੱਲ ਹੈ ਕਿ ਸਰਕਾਰ ਦੇ ਹੋਰ ਹਜ਼ਾਰਾਂ ਐਲਾਨਾਂ ਵਾਂਗ ਇਹ ਵੀ ਇੱਕ ਇਸ਼ਤਿਹਾਰਬਾਜ਼ੀ ਬਣ ਕੇ ਰਹਿ ਗਿਆ ਸੀ। ਪੂਰਾ 1 ਸਾਲ ਦਫ਼ਤਰਾਂ ਦੇ ਚੱਕਰ ਕੱਟ ਕੇ ਵੀ ਉਹਦੇ ਪੱਲੇ ਕੁਛ ਨਹੀਂ ਸੀ ਪਿਆ। 6 ਮਹੀਨੇ ਫਾਰਮੈਲਿਟੀਆਂ ਪੂਰੀਆਂ ਕਰਦਿਆਂ ਲੰਘ ਗਏ ਤੇ ਜਦੋਂ ਫਾਈਲ ਮੁਕੰਮਲ ਹੋਈ ਤਾਂ ਦਫ਼ਤਰ ਵਾਲੇ ਪੁੱਠੀਆਂ ਸਿੱਧੀਆਂ ਸੁਣਾਉਣ ਲੱਗੇ। ਗੁਰਮੁਖ ਸਿੰਘ ਦੀ ਸ਼ਹੀਦੀ ਦੇ ਤਾਂ ਸ਼ੱਕ ਕਰਨ ਲੱਗੇ। ਅੱਕ ਥੱਕ ਕੇ ਪ੍ਰੀਤਮ ਨੇ ਬਰਸੀ ਦੇ ਇਸ ਮੌਕੇ ਨੂੰ ਸੁੱਤੀ ਸਰਕਾਰ ਨੂੰ ਜਗਾਉਣ ਲਈ ਵਰਤਣਾ ਚਾਹਿਆ ਸੀ। ਹਰ ਇੱਕ ਨੂੰ ਆਪਣਾ ਆਪਣਾ ਰੋਲ ਸਮਝਾ ਦਿੱਤਾ ਗਿਆ ਸੀ। ਕਿਸੇ ਨੇ ਪੁਲਿਸ ਨੂੰ ਦਰਪੇਸ਼ ਖਤਰਿਆਂ ਦੀ ਦੁਹਾਈ ਦੇਣੀ ਸੀ, ਕਿਸੇ ਨੇ ਗੁਰਮੁਖ ਦੀ ਬਹਾਦਰੀ ਦੇ ਸੋਹਲੇ ਗਾਉਣੇ ਸੀ ਤੇ ਕਿਸੇ ਨੇ ਪ੍ਰੀਤਮ ਨੂੰ ਫੌਰੀ ਤੌਰ ਤੇ ਭਰਤੀ ਨਾ ਕਰਨ ਦੀ ਸੂਰਤ ਵਿੱਚ ਐਜੀਟੇਸ਼ਨ ਦੀ ਧਮਕੀ ਦੇਣੀ। ਹਰ ਕੰਮ ਯੋਜਨਾ ਅਨੁਸਾਰ ਹੋ ਰਿਹਾ ਸੀ। ਬਸ ਆਉਣ ਵਾਲਿਆਂ ਨੂੰ ਹੀ ਸੱਪ ਸੌਂ ਗਿਆ ਲੱਗਦਾ ਸੀ। ਸਰਕਾਰ ਕੋਲ ਤਾਂ ਭਲਾ ਇੰਨਾ ਵਕਤ ਕਿੱਥੇ ਹੈ ਕਿ ਉਹ ਆਪਣੇ ਸ਼ਹੀਦ ਅਫਸਰਾਂ ਨੂੰ ਸਾਲਾਂ ਬੱਧੀ ਯਾਦ ਰੱਖ ਸਕੇ। ਲੱਗਦਾ ਸੀ ਗੁਰਮੁਖ ਸਿੰਘ ਨੂੰ ਤਾਂ ਉਹਦੇ ਯਾਰਾਂ ਦੋਸਤਾਂ ਸਾਕਾਂ ਸੰਬੰਧੀਆਂ ਦੇ ਨੇ ਵੀ ਭੁਲਾ ਦਿੱਤਾ ਸੀ। ਇਕੱਠ ਵਿੱਚ ਉਹਨਾਂ ਦੀ ਗਿਣਤੀ ਆਟੇ 'ਚ ਲੂਣ ਜਿੰਨੀ ਵੀ ਨਹੀਂ ਸੀ। ਸਵਾਗਤੀ ਗੇਟ ਤੇ ਵਿਹਲਾ ਖੜਾ ਪ੍ਰੀਤਮ ਬਾਪੂ ਦੇ ਅੜੀਅਲ ਸੁਭਾਅ ਤੇ ਚਿੜਨ ਲੱਗਿਆ। ਰਿਸ਼ਤੇਦਾਰ ਆਉਣ ਵੀ ਕਿਹੜਾ ਨਿਉਂਦਾ ਉਤਾਰਨ। ਨਿੰਮ ਚੜੇ ਕਰੇਲੇ ਵਾਂਗ ਲੋਕਾਂ ਨਾਲ ਵਿਗਾੜਨ ਲਈ ਤਾਂ ਉਹਦਾ ਰੁੱਖਾ ਸੁਭਾਅ ਹੀ ਕਾਫੀ ਸੀ। ਉੱਤੋਂ ਕਿਧਰੇ ਇਮਾਨਦਾਰੀ ਦਾ ਕੀਲਾ ਗਰਦਨ 'ਚ ਅੜਿਆ। ਸਾਰੀ ਉਮਰ ਉਹਨਾਂ ਦੀ ਧੌਂਸ ਦਿਖਾਉਂਦਾ ਰਿਹਾ।
ਘਰ ਆਏ ਰਿਸ਼ਤੇਦਾਰ ਦੀ ਨਾ ਕਦੇ ਗੱਲ ਸੁਣੀ, ਨਾ ਤਾਂ ਕੰਮ ਕੀਤਾ ਤੇ ਨਾ ਹੀ ਮੂੰਹ ਮੁਲਾਜ਼ਾ ਰੱਖਿਆ, ਸਗੋਂ ਸਿਫਾਰਿਸ਼ ਕਰਾਉਣ ਵਾਲੇ ਦੇ ਦੋ ਵੱਧ ਹੀ ਪੈ ਜਾਂਦੀਆਂ। ਸ਼ਰੀਕਾਂ ਨੇ ਤਾਂ ਸ਼ੁਕਰ ਕੀਤਾ ਹੋਣਾ, ਚੰਗਾ ਹੋਇਆ ਵੱਡੇ ਨਰੜੇ ਵਾਲੇ ਦਾ ਫਾਹਾ ਵੱਢਿਆ ਗਿਆ। ਰਿਸ਼ਤੇਦਾਰਾਂ ਨੇ ਤਾਂ ਫਟਕਾਰਨਾ ਹੀ ਸੀ, ਘਰ 'ਚ ਕਿਹੜਾ ਕੋਈ ਉਹਨੂੰ ਖੰਡ ਪਾਉਂਦਾ ਸੀ। ਪ੍ਰੀਤਮ ਦੀ ਮਾਂ ਨੂੰ ਗਿਲਾ ਸੀ, ਗੁਰਮੁਖ ਨੇ ਕਦੇ ਵੀ ਤਨਖਾਹ ਤੋਂ ਬਿਨਾਂ ਧੇਲਾ ਵੀ ਉਹਦੀ ਹਥੇਲੀ ਤੇ ਨਹੀਂ ਰੱਖਿਆ। ਵੱਡੇ ਭਰਾ ਨੂੰ ਗਿਲਾ ਸੀ, ਮਿੱਟੀ ਨਾਲ ਮਿੱਟੀ ਹੋ ਕੇ ਵੀ ਉਹਦੇ ਪੱਲੇ ਭੁੱਖ ਨੰਗ ਤੋਂ ਬਿਨਾਂ ਕੁਝ ਨਹੀਂ ਸੀ ਪੈਂਦਾ। ਪਿਓ ਦਾਦਿਆਂ ਤੋਂ ਵਿਰਾਸਤ 'ਚ ਮਿਲੇ 3 ਕਿੱਲਿਆਂ 'ਚ ਗੁਰਮੁਖ ਨੇ 1 ਸਿਆੜ ਦਾ ਵੀ ਵਾਧਾ ਨਹੀਂ ਸੀ ਕੀਤਾ। ਤਾਏ ਦਿਆਲੇ ਸਿੰਘ ਵਾਂਗ 10-20 ਕਿੱਲੇ ਅੜਕਾ ਦਿੰਦਾ ਤਾਂ ਉਹ ਵੀ ਸਰਦਾਰੀ ਕਰ ਸਕਦਾ ਸੀ, ਤੇ ਦਿਆਲ ਸਿੰਘ ਤਾਂ ਉਹ ਤੋਂ 20 ਸਾਲ ਪਿੱਛੋਂ ਥਾਣੇਦਾਰ ਬਣਿਆ ਸੀ। ਸਿੱਧੂ ਫਾਰਮ ਦੂਰ ਦੂਰ ਤੱਕ ਮਸ਼ਹੂਰ ਹੈ। ਮੁੰਡੇ ਨਹੀਂ ਪੜ੍ਹੇ ਨਾ ਸੀ, ਅਫਸਰਾਂ ਨਾਲ ਵੱਧ ਚੱਲਦੀ ਹੈ। ਹਰ ਹਫ਼ਤੇ ਫਾਰਮ ਤੇ ਅਫਸਰਾਂ ਦੀ ਮਹਿਫਿਲ ਜੰਮਦੀ ਸੀ। ਮੁਰਗੇ ਰਿੱਝਦੇ, ਬੋਤਲਾਂ ਖੁੱਲ੍ਹਦੀਆਂ। ਵੱਡੇ ਨੇ ਖੱਦਰ ਦਾ ਕੁੜਤਾ ਪਾ ਲਿਆ, ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਟਿਕਟ ਵੱਟ ਤੇ ਹੈ। ਇਸ ਗੁੱਸੇ 'ਚ ਵੱਡੇ ਭਰਾ ਨੇ ਬਰਸੀ ਲਈ ਫੁੱਟੀ ਕੌਡੀ ਵੀ ਨਹੀਂ ਦਿੱਤੀ। ਜਿਸ ਬਾਪ ਨੇ ਸਭ ਕੁਝ ਕਰਾਉਣ ਦੀ ਹਾਲਤ ਵਿੱਚ ਹੁੰਦਿਆਂ ਵੀ ਔਲਾਦ ਲਈ ਕੱਖ ਨਾ ਕੀਤਾ ਹੋਵੇ, ਉਸ ਬਾਪ ਦੀ ਔਲਾਦ ਵੀ ਫੋਕੀਆਂ ਟੌਰਾਂ ਖਾਤਰ ਕਿਉਂ ਆਪਣਾ ਝੁੱਗਾ ਚੌੜ ਕਰਦੀ ਫਿਰੇ। ਗਿਲਾ ਤਾਂ ਪ੍ਰੀਤਮ ਨੂੰ ਵੀ ਬਾਪੂ ਨਾਲ ਘੱਟ ਨਹੀਂ ਸੀ। ਉਹਨੇ ਕਦੇ ਵੀ ਪ੍ਰੀਤਮ ਦੇ ਕੈਰੀਅਰ 'ਚ ਦਿਲਚਸਪੀ ਨਹੀਂ ਸੀ ਲਈ। ਪ੍ਰੀਤਮ ਨੇ ਹਰ ਡਿਗਰੀ ਪਹਿਲੇ ਦਰਜੇ 'ਚ ਪਾਸ ਕੀਤੀ ਸੀ। ਪੰਜਾਬ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਦਾ ਉਹ ਲਾਅ ਗ੍ਰੈਜੂਏਟ ਸੀ। ਗੁਰਮੁਖ ਉਹਨੂੰ ਬਣਦਾ ਹੱਕ ਵੀ ਦਵਾ ਦਿੰਦਾ ਤਾਂ ਉਹ ਜ਼ਰੂਰ ਕਿਸੇ ਚੰਗੀ ਕੁਰਸੀ ਨੂੰ ਹੱਥ ਮਾਰ ਲੈਂਦਾ। ਅਖਬਾਰਾਂ 'ਚ JS ਚਹਿਲ ਦਾ ਨਾਂ ਪੜ੍ਹ ਕੇ ਉਸ ਅੰਦਰ ਭਾਂਬੜ ਬੜਨ ਲੱਗਦੇ ਸਨ। ਕਿਸੇ ਜ਼ਮਾਨੇ 'ਚ ਪ੍ਰੀਤਮ ਨਾਲ ਹੀ ਪੜ੍ਹਦਾ ਹੁੰਦਾ ਸੀ। ਇੱਲ ਤੋਂ ਕੁੱਕੜ ਨਹੀਂ ਸੀ ਆਉਂਦਾ ਭਲੇ ਮਾਨਸ ਨੂੰ। ਸਕੂਲ 'ਚ ਹਾਕੀ ਖੇਡਣ ਤੇ ਕਾਲਜ 'ਚ ਕੁੜੀਆਂ ਪਿੱਛੇ ਫਿਰਨ ਤੋਂ ਸਿਵਾ ਕਦੇ ਉਹਨੇ ਡੱਕਾ ਦੂਰਾ ਨਹੀਂ ਸੀ ਕੀਤਾ। ਗੁਰਮੁਖ ਸਿੰਘ ਵਰਗਾ ਹੁੰਦਾ ਕਦੋਂ ਦਾ ਕੰਨੋਂ ਫੜ ਕੇ ਡੰਗਰਾਂ ਪਿੱਛੇ ਲਾਇਆ ਹੁੰਦਾ। ਪਰ ਚਹਿਲ ਦਾ ਬਾਪੂ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਸੀ। ਉਹ ਖੁਦ ਡੰਗਰਾਂ ਵਾਂਗ ਉਹਦੇ ਪਿੱਛੇ ਘੁੰਮਦਾ ਰਿਹਾ। ਦਾਰੂਆਂ ਵਿਸਕੀਆਂ ਦੇ ਸਹਾਰੇ ਪਹਿਲਾਂ ਉਹਨੇ BA ਕਰਾਈ, ਫਿਰ ਥੱਬਾ ਨੋਟਾਂ ਦਾ ਡੋਨੇਸ਼ਨ ਦੇ ਕੇ ਕਿਧਰੋਂ ਲਾਅ ਦੀ ਡਿਗਰੀ ਖਰੀਦ ਦਿੱਤੀ। ਜੱਜਾਂ ਦੀਆਂ ਨੌਕਰੀਆਂ ਨਿਕਲੀਆਂ ਤਾਂ ਸਭ ਕੁਝ ਦਾਅ ਤੇ ਲਾ ਕੇ ਪਟਿਆਲੇ CID 'ਚ ਜਾ ਬੈਠਾ। ਪੇਪਰ ਕਿਹਨੇ ਬਣਾਏ, ਕਿੱਥੇ ਛਪੇ, ਕਿੱਥੇ ਜਾਣੇ, ਇਹ ਜਾਣਨਾ ਉਹਦਾ ਸਰਕਾਰੀ ਹੱਕ ਸੀ। ਤੇ ਜਦ ਪਰਛਾਵੇਂ ਵਾਂਗ ਕੋਈ ਪਿੱਛੇ ਹੀ ਲੱਗਾ ਹੋਵੇ ਤਾਂ ਮੈਰਿਟ 'ਚ ਆਉਣਾ ਕਿਹੜੀ ਵੱਡੀ ਗੱਲ ਸੀ। ਤੇ ਜੀਤਾ ਬਾਪੂ ਦੇ ਮੋਢਿਆਂ ਤੇ ਚੜ੍ਹ ਕੇ ਸਿੱਧਾ ਪੌੜੀ ਦੇ ਆਖਰੀ ਡੰਡੇ ਤੇ ਜਾ ਬੈਠਾ। 2 ਨੰਬਰਾਂ ਦੇ ਫਰਕ ਨਾਲ ਪਛੜਿਆ ਪ੍ਰੀਤਮ ਅੱਜ ਤੱਕ ਪਛੜਿਆ ਚੱਲਿਆ ਰਿਹਾ। ਖੁੱਸੀ ਕੁਰਸੀ ਦਾ ਗਮ ਕਚਹਿਰੀਆਂ ਵਿੱਚ ਵੀ ਪ੍ਰੀਤਮ ਦਾ ਖਹਿੜਾ ਨਹੀਂ ਸੀ ਛੱਡਦਾ। ਟੁੱਟੀਆਂ ਫੁੱਟੀਆਂ ਯੂਨੀਵਰਸਿਟੀਆਂ 'ਚੋਂ ਡਿਗਰੀਆਂ ਹਾਸਲ ਕਰਨ ਵਾਲੇ ਜਦ ਦਿਨਾਂ ਵਿੱਚ ਹੀ ਮਸ਼ਹੂਰ ਹੋਣ ਲੱਗਦੇ ਤਾਂ ਉਹਦੀ ਬਲਦੀ ਤੇ ਹੋਰ ਫੂਸ ਪੈ ਜਾਂਦਾ। ਉਹਨੂੰ ਆਪਣੇ ਆਪ ਨਾਲ, ਆਲੇ ਦੁਆਲੇ ਨਾਲ ਤੇ ਸਭ ਕਾਸੇ ਨਾਲ ਨਫ਼ਰਤ ਹੋਣ ਲੱਗੀ। ਕੋਈ ਲੀਡਰ ਦਾ ਪੁੱਤ ਹੈ, ਧੜਾ ਧੜ ਕੇ ਸਾਰੇ ਹਨ। ਕੋਈ ਵਕੀਲ ਦਾ ਪੁੱਤ ਹੈ, ਬਣੀ ਬਣਾਈ ਦੁਕਾਨਦਾਰੀ ਸਾਂਭ ਲਈ। ਹੋਰ ਤਾਂ ਹੋਰ ਹੌਲਦਾਰ ਅਬਦੁਲ ਦੇ ਪੁੱਤਰ ਨਹੀਂ ਧੁੰਮਾਂ ਪਾਤੀਆਂ। ਬਸ ਲਾਇਸੈਂਸ ਹੀ ਰਹਿਮਾਨ ਦੇ ਨਾਂ ਸੀ, ਬਾਕੀ ਸਭ ਕੰਮ ਅਬਦੁਲ ਹੀ ਕਰਦਾ ਸੀ। ਪੂਰੇ 6 ਥਾਣੇ ਪੈਂਦੇ ਸਨ ਉਹਨਾਂ ਦੀ ਸਬ ਡਿਵੀਜ਼ਨ 'ਚ। 25 ਸਾਲ ਅਬਦੁਲ ਨੇ ਇਹਨਾਂ ਹੀ ਥਾਣਿਆਂ 'ਚ ਧੱਕੇ ਖਾਧੇ ਸਨ। ਇਲਾਕੇ ਦਾ ਕਿਹੜਾ ਬਦਮਾਸ਼, ਚੋਰ, ਜੇਬ ਤਰਾਸ਼ ਜਾਂ ਸੱਟੇਬਾਜ਼ ਸੀ ਜਿਹੜਾ ਉਹਦੀ ਹਾਜ਼ਰੀ ਨਹੀਂ ਸੀ ਭਰਦਾ। ਜਦੋਂ ਅਬਦੁਲ ਦਾ ਪੁੱਤਰ ਵਕਾਲਤ ਕਰਦਾ ਹੋਵੇ ਤਾਂ ਉਹਨਾਂ ਦੀ ਕੀ ਮਜਾਲ ਉਹ ਕਿਸੇ ਹੋਰ ਦੇ ਥੜੇ ਤੇ ਜਾ ਚੜਨ। ਪਿਆਰ ਵਾਲੇ ਨਾਲ ਪਿਆਰ, ਡੰਡੇ ਵਾਲੇ ਨਾਲ ਡੰਡਾ, ਹਿੱਸਾ ਪੱਤੀ ਵਾਲੇ ਨੂੰ ਹਿੱਸਾ ਪੱਤੀ, ਦਾਰੂ ਸਿੱਕੇ ਵਾਲੇ ਨੂੰ ਦਾਰੂ ਸਿੱਕਾ। 20 ਸਾਲ ਕਚਹਿਰੀਆਂ 'ਚ ਧੱਕੇ ਖਾਧੇ। ਸਾਰੇ ਦਾ ਪੇਚਾਂ ਤੋਂ ਅਬਦੁਲ ਵਾਕਫ ਸੀ। ਫੱਟੇ ਤੇ ਬੈਠ ਕੇ ਗਵਾਹ ਪੁਚਕਾਰੇ, ਰੀਡਰਾਂ ਸਟੈਨੋਆਂ ਨਾਲ ਗੱਠ ਤੁੱਪ ਕੀਤੀ। ਸਾਰੀ ਉਮਰ ਜੱਜਾਂ ਦੀਆਂ ਕੀਤੀਆਂ ਵਗਾਰਾਂ ਦਾ ਫਾਇਦਾ ਉਠਾਇਆ। ਦਿਨਾਂ ਵਿੱਚ ਹੀ ਰਹਿਮਾਨ ਹੋ ਗਈ। ਹੁਣ ਕੋਠੀ ਹੈ, ਕਾਰ ਹੈ, ਹਰ ਤਰ੍ਹਾਂ ਦਾ ਟੌਰ ਟੱਪਾ। ਗੁਰਮੁਖ ਇੰਜ ਕਰਨ ਲਈ ਤਿਆਰ ਨਹੀਂ ਸੀ। ਚੇਲੇ ਚਪਟੇ ਰਹਿ ਚੁੱਕੇ ਹੌਲਦਾਰਾਂ ਮੁਨਸ਼ੀਆਂ ਦੇ ਹਾੜੇ ਕੱਢਣਾ ਉਹਦੇ ਸੁਭਾਅ ਦੇ ਉਲਟ ਸੀ। ਜਿਨ੍ਹਾਂ ਨੂੰ ਪ੍ਰੀਤਮ ਖੜਾ ਦਿਖਾਈ ਨਹੀਂ ਦਿੰਦਾ, ਉਹਨਾਂ ਨੂੰ ਬੈਠਾ ਕੀ ਖਾਕ ਦਿਖਾਈ ਦੇਵੇਗਾ, ਉਹਦਾ ਮਤ ਸੀ। ਖੈਰ, ਉਹ ਨਾ ਬਾਪੂ ਰਿਹਾ ਸੀ ਤੇ ਨਾ ਕੋਈ ਗਿਲਾ ਸ਼ਿਕਵਾ। ਉਹ ਆਪਣੀ ਮਰਜ਼ੀ ਦੀ ਜ਼ਿੰਦਗੀ ਜਿਉਂ ਗਿਆ ਸੀ। ਪ੍ਰੀਤਮ ਨੇ ਆਪਣਾ ਰਾਹ ਚੁਣਨਾ ਸੀ। ਹਾਲੇ ਵੀ ਜੇ ਉਹਨੂੰ ਬਾਪੂ ਦੀ ਥਾਂ ਥਾਣੇਦਾਰੀ ਮਿਲ ਜਾਏ, ਸਮਝੇਗਾ ਉਹਨੂੰ ਵਿਰਾਸਤ 'ਚ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਮਿਲੀ ਹੈ। ਪਰ ਮੁਰਗੀ ਸੀ ਕਿ ਹਾਲੇ ਹੱਥ ਆਉਂਦੀ ਨਜ਼ਰ ਨਹੀਂ ਸੀ ਆ ਰਹੀ। ਇਸੇ ਮੁਰਗੀ ਦੀ ਉਡੀਕ 'ਚ ਪ੍ਰੀਤਮ ਸਵੇਰ ਤੋਂ ਸਵਾਗਤੀ ਗੇਟ ਤੇ ਖੜਾ ਸੀ। ਧੂੜਾਂ ਪੁੱਟਦੀ ਫੀਐਟ ਕਾਰ ਵੇਖ ਕੇ ਪ੍ਰੀਤਮ ਨੂੰ ਥੋੜਾ ਜਿਹਾ ਧਰਵਾਸ ਹੋਇਆ। ਜ਼ਰੂਰ ਇਸ 'ਚ ਕੋਈ ਅਫਸਰ ਹੋਏਗਾ। ਅੱਜ ਕੱਲ੍ਹ ਦੀਆਂ ਮਾੜਾਂ ਧਾੜਾਂ ਨੂੰ ਦੇਖਦੇ ਹੋਏ ਜ਼ਰੂਰੀ ਤਾਂ ਨਹੀਂ ਕਿ ਅਫਸਰਾਂ ਦੇ ਦੌਰੇ ਦਾ ਲਾਊਡ ਸਪੀਕਰਾਂ 'ਤੇ ਰੌਲਾ ਪਾਇਆ ਜਾਏ।
ਭੰਡੀ ਪ੍ਰਚਾਰ ਲਈ ਉਹ ਕਿਹੜਾ ਕੋਈ ਸਰਕਾਰੀ ਪ੍ਰੋਗਰਾਮ ਹੈ। ਅਫਸਰ ਚੁਪਕੇ ਜੇ ਆ ਕੇ ਵੀ ਤਾਂ ਅਪਾਇੰਟਮੈਂਟ ਦੇ ਸਕਦਾ ਹੈ। ਗਨਮੈਨਾਂ ਨਾਲ ਘਿਰੇ ਸੰਦੀਪ ਨੂੰ ਗੱਡੀ 'ਚ ਉਤਰਦਿਆਂ ਦੇਖ ਕੇ ਪ੍ਰੀਤਮ ਅੰਦਰੇ ਵਿਉ ਘੁਲਣ ਲੱਗੇ। ਉਹਦੇ ਮੜਚੂ ਜੇ ਮੋਢਿਆਂ ਤੇ ਲਿਸ਼ਕਦੇ 2 ਸਟਾਰ ਸੱਪਾਂ ਵਾਂਗ ਉਹਨੂੰ ਡਸਣ ਲੱਗੇ। 10 ਵਰ੍ਹੇ ਪਹਿਲਾਂ ਕਿਹਨੂੰ ਪਤਾ ਸੀ ਕਿ ਇੱਲ ਦੇ ਖੰਭ ਤੋਂ ਡਰਨ ਵਾਲਾ, ਗਲੀ ਮਹੱਲੇ ਦੇ ਹਰ ਬੱਚੇ ਤੋਂ ਮਾਰ ਖਾਣ ਵਾਲਾ ਇਹ ਨਲੀ ਝੋਚ ਕਿਸੇ ਦਿਨ ਥਾਣੇਦਾਰ ਬਣ ਜਾਏਗਾ। ਕਿਹਨੂੰ ਪਤਾ ਸੀ ਰੈਡੀਮੇਡ ਕੱਪੜਿਆਂ ਦੀ ਦੁਕਾਨ ਤੇ 5-5 ਰੁਪਏ ਦੀਆਂ ਬਨਾਨਾ ਵੇਚਣ ਵਾਲੇ ਸੰਦੀਪ ਦੇ ਅਚਾਨਕ ਭਾਗ ਜਾਗ ਪੈਣਗੇ। ਉਹਦੇ ਬਾਪ ਨੇ ਜਿਉਂਦਿਆਂ ਵੀ ਧਨ ਇਕੱਠਾ ਕਰਨ ਦੀ ਕਸਰ ਨਹੀਂ ਸੀ ਛੱਡੀ। ਮੋਇਆ ਵੀ ਤਾਂ ਹਾਥੀ 1.25 ਲੱਖ ਦਾ ਹੋ ਕੇ ਸਾਰੇ 3 ਮਹੀਨੇ ਰਹਿੰਦੜੇ ਸਨ ਉਹਨਾਂ ਦੇ ਰਿਟਾਇਰਮੈਂਟ ਦੇ। ਇੰਨਾ ਕੁ ਚਿਰ ਹੋਰ ਮੰਜੀ 'ਚ ਪਿਆ ਰਹਿੰਦਾ ਤਾਂ ਕਿਸੇ ਨੇ ਸੰਦੀਪ ਨੂੰ ਚਪੜਾਸੀ ਵੀ ਭਰਤੀ ਨਹੀਂ ਸੀ ਕਰਨਾ। ਲੋਕ ਲੱਖ ਆਖੀ ਜਾਣ ਸੰਦੀਪ ਨੇ ਡਾਕਟਰ ਨਾਲ ਮਿਲ ਕੇ ਆਪਣੇ ਬਾਪ ਨੂੰ ਜ਼ਹਿਰ ਦਾ ਟੀਕਾ ਲਵਾਇਆ। ਭਰਤੀ ਹੁੰਦੇ ਹੀ ਉਹਦੀ ਅੱਤਵਾਦੀਆਂ ਨਾਲ ਮੁੱਠਭੇੜ ਹੋ ਗਈ, ਨਾਲੇ ਬੱਲੇ ਹੋ ਗਈ, ਨਾਲੇ 1 ਸਟਾਰ ਹੋਰ ਲੱਗ ਗਿਆ। ਸਭ ਅਫਵਾਹਾਂ ਦਬ ਗਈਆਂ। ਸੰਦੀਪ ਦੀ ਠਾਠ ਬਾਠ ਵੇਖ ਕੇ ਪ੍ਰੀਤਮ ਦੇ ਦਿਲ 'ਚ ਲਾਲਸਾ ਜਾਗੀ ਸੀ। ਅਜੀਬ ਜਿਹੇ ਵਿਚਾਰ ਉਹਦੇ ਜ਼ਹਿਨ 'ਚ ਉਪਜੇ ਸਨ। ਨਿੱਤ ਦਿਹਾੜੇ ਉਹਨੂੰ ਬਾਪੂ ਦੀ ਮੌਤ ਦੀ ਕਾਮਨਾ ਰਹਿਣ ਲੱਗੀ ਸੀ। ਨੌਕਰੀ ਦਾ ਗੁਰਮੁਖ ਸਿੰਘ ਦਾ ਸਾਰਾ 1 ਸਾਲ ਰਹਿੰਦਾ ਸੀ। ਕਹਿੰਦੇ ਨੇ ਰਿਟਾਇਰ ਹੋ ਕੇ ਪੁਲਿਸ ਵਾਲੇ ਬਹੁਤਾ ਚਿਰ ਨਹੀਂ ਜਿਉਂਦੇ, ਤੇ ਜੇ 1-2 ਸਾਲ ਪਹਿਲਾਂ ਮਾਇਆ ਦਾ ਮੋਹ ਟੁੱਟ ਜਾਏ ਤਾਂ ਕੀ ਫਰਕ ਪੈਂਦਾ। ਜਿਸ ਤਰ੍ਹਾਂ ਦੀ ਗੁਰਮੁਖ ਦੀ ਸਿਹਤ ਸੀ ਉਸ ਹਿਸਾਬ ਤਾਂ ਉਹਨੇ 20 ਸਾਲ ਨਹੀਂ ਸੀ ਮਰਨਾ। ਸ਼ਰਾਬ ਉਹਨੇ ਕਦੀ ਪੀਤੀ ਨਹੀਂ। ਬਿਨਾਂ ਸ਼ਰਾਬ ਪੀਤੇ ਚਾਹੇ ਜਿੰਨਾ ਮਰਜ਼ੀ ਤੇਜ਼ ਮੋਟਰਸਾਈਕਲ ਭਜਾ ਲਓ, ਕਦੇ ਐਕਸੀਡੈਂਟ ਨਹੀਂ ਹੁੰਦਾ। ਹੁਣ ਤਾਂ ਡਾਕੂ ਬਦਮਾਸ਼ ਵੀ ਉਹਨੂੰ ਭੁਲਾ ਗਏ। ਇਮਾਨਦਾਰੀ ਨੇ 10 ਸਾਲਾਂ ਤੋਂ ਉਹਨੂੰ ਪੁਲਿਸ ਲਾਈਨ ਦਿਖਾਈ ਹੋਈ ਸੀ। ਅੱਜ ਕੱਲ੍ਹ ਦੇ ਪੁਲਿਸ ਕਪਤਾਨ ਗੁਰਮੁਖ ਵਰਗਿਆਂ ਨੂੰ ਥਾਣੇ ਲਾ ਕੇ ਕਿਸੇ ਹੋਰ ਦਾ ਪੈਸੇ ਕਮਾਉਣ ਦਾ ਚਾਂਸ ਖਰਾਬ ਨਹੀਂ ਕਰਦੇ। ਅੱਤਵਾਦੀਆਂ ਵੱਲੋਂ ਵੀ ਕਦੇ ਉਹਨੂੰ ਕੋਈ ਧਮਕੀ ਨਹੀਂ ਆਈ। ਇਹ ਨਹੀਂ ਕਿ ਉਹਨੂੰ ਕਦੇ ਅੱਤਵਾਦੀਆਂ ਨਾਲ ਨਿਬੜਨ ਦਾ ਮੌਕਾ ਨਹੀਂ ਮਿਲਿਆ। ਉਹਦਾ ਪੁਰਾਣਾ ਰਿਕਾਰਡ ਦੇਖ ਕੇ 1 ਵਾਰ ਉਹਨੂੰ ਮੰਡ 'ਚ ਭੇਜਿਆ ਗਿਆ ਸੀ, ਅੱਤਵਾਦੀਆਂ ਨੂੰ ਲੋਹੇ ਦੇ ਹੱਥ ਦਿਖਾਉਣ ਲਈ। ਅਫਸਰਾਂ ਨੂੰ ਉਮੀਦ ਸੀ ਉਹਦੀ ਬੱਬਰ ਸ਼ੇਰਾਂ ਵਾਲੀ ਗਰਜ ਸਾਹਮਣੇ ਅੱਤਵਾਦੀ ਦੁਮ ਦਬਾ ਕੇ ਭੱਜ ਜਾਣਗੇ। ਖਤਰਨਾਕ ਤੋਂ ਖਤਰਨਾਕ ਬਦਮਾਸ਼ਾਂ ਤੇ ਨਕਸਲੀਆਂ ਨੂੰ ਠਿਕਾਣੇ ਲਾਉਣ ਦਾ ਉਹਦਾ ਬਹੁਤ ਤਜਰਬਾ ਸੀ। ਲੋਕ ਆਖਦੇ ਨੇ ਜਿੱਥੇ ਉਹ ਥਾਣੇਦਾਰ ਲੱਗਦਾ ਸੀ, ਸਾਂਸੀ ਬਾਜੀਗਰ ਕੁੱਲੀਆਂ ਚੁੱਕ 50-50 ਕੋਹ ਦੂਰ ਨਿਕਲ ਜਾਂਦੇ ਸਨ। ਅਫੀਮ ਸ਼ਰਾਬਾਂ ਵਾਲੇ ਸੁਸਰੀ ਵਾਂਗ ਸੌਂ ਜਾਂਦੇ। ਇਸੇ ਤਰ੍ਹਾਂ ਉਹਨੇ ਨਕਸਲੀਆਂ ਦੇ ਛੱਕੇ ਛੁਡਾਏ ਸਨ। ਗਰੀਬੜੇ ਬਾਜੀਗਰਾਂ ਸਾਂਸੀਆਂ ਨਾਲ ਕਿਵੇਂ ਨਿਬੜਿਆ ਜਾਂਦਾ ਸੀ, ਇਹਦਾ ਤਾਂ ਪ੍ਰੀਤਮ ਨੂੰ ਇਲਮ ਨਹੀਂ। ਜਦੋਂ ਨਕਸਲੀਆਂ ਨਾਲ ਮੁੱਠਭੇੜ ਹੋਈ ਸੀ ਉਦੋਂ ਕਾਲਜ ਜਾਣ ਲੱਗਾ ਸੀ ਤੇ ਆਲੇ ਦੁਆਲੇ ਦੀ ਸੂਝ ਰੱਖਣ ਲੱਗਾ ਸੀ। ਪ੍ਰੀਤਮ ਨਾਲ ਪੜ੍ਹਦੇ ਰਾਜ ਨੂੰ ਸਿਨੇਮੇ 'ਚ ਚੁੱਕ ਕੇ 3 ਦਿਨ ਉਹਨਾਂ ਦੇ ਘਰ ਹੀ ਇੰਟੈਰੋਗੇਟ ਕੀਤਾ ਗਿਆ ਸੀ। ਕਈ ਦਿਨ ਪੁੱਠਾ ਲਟਕ ਕੇ ਵੀ ਜਦੋਂ ਕੁਛ ਨਾ ਬਕਿਆ ਤਾਂ ਰੂੰ ਵਾਂਗ ਬੋਰੀ 'ਚ ਤੁੰਨ ਕੇ ਨਹਿਰ ਵੱਲ ਜਾਂਦੇ ਉਹਨੇ ਤੱਕੇ ਸਨ, ਤੇ ਅਗਲੇ ਦਿਨ ਉਹਦੇ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੀ ਖਬਰ ਛਪੀ ਸੀ। ਜਗਤਾਰ ਨੂੰ ਨਹਿਰ 'ਚ ਡੋਬਣ ਦੀ ਸਕੀਮ ਉਹਦੇ ਪੜ੍ਹਨ ਵਾਲੇ ਕਮਰੇ 'ਚ ਹੀ ਬਣੀ ਸੀ। ਸ਼ਿਕੰਜਿਆਂ 'ਚ ਕੱਸੇ, ਤੇਜ਼ ਰੌਸ਼ਨੀਆਂ ਸਾਹਮਣੇ ਬੈਠੇ ਤੇ ਜਮੂਰਾਂ ਨਾਲ ਮਾਸ ਖਿਚਵਾਉਂਦੇ ਬੇਅੰਤ ਜਗਜੀਤ ਤੇ ਜੂਨਸ ਅੱਜ ਤੱਕ ਉਹਨੂੰ ਝੰਜੋੜਦੇ ਹਨ। ਉਹ ਇਤਿਹਾਸ ਦੁਹਰਾਉਣ ਲਈ ਉਹਨੂੰ ਮੰਡ ਭੇਜਿਆ ਗਿਆ ਸੀ। ਇਹ ਢਲਦੀ ਉਮਰ ਦਾ ਤਕਾਜ਼ਾ ਸੀ ਜਾਂ ਬਦਲੇ ਹਾਲਾਤਾਂ ਦਾ। ਮੰਡ ਤੋਂ ਗੁਰਮੁਖ ਨੂੰ ਸੀ ਵਾਂਗ ਡਰ ਲੱਗਦਾ ਸੀ। ਕਈ ਮਹੀਨੇ ਮੈਡੀਕਲ ਘੱਲਦਾ ਤੇ ਘਰਵਾਲੀ ਦੀ ਬਿਮਾਰੀ ਦੇ ਬਹਾਨੇ ਘੜਦਾ ਰਿਹਾ। ਸੱਥਾਂ 'ਚ ਬੈਠ ਕੇ ਘਰ ਬੈਠਣ ਦੇ ਸਪਸ਼ਟੀਕਰਨ ਦਿੰਦਾ। ਉਹ ਆਖਦਾ ਪਹਿਲਾਂ ਗੱਲ ਹੋਰ ਸੀ, ਚਾਹੇ 20 ਬਦਮਾਸ਼ਾਂ ਨੂੰ ਚੌਂਕ 'ਚ ਖੜਾ ਕੇ ਗੋਲੀ ਮਾਰ ਦਿਓ। ਮਜਾਲ ਸੀ ਕੋਈ ਪੁਲਿਸ ਵਾਲਾ ਅੱਖ ਭਰ ਕੇ ਵੀ ਦੇਖ ਜਾਂਦਾ। ਨਕਸਲੀਏ ਵੀ ਗਿਣਤੀ ਮਿਣਤੀ ਦੇ ਸਨ, ਦਿਨਾਂ 'ਚ ਚੁੱਕੇ ਗਏ। ਹੁਣ ਗੱਲ ਹੋਰ ਹੈ। ਧਰਮ ਦੀ ਕਵਚ ਉਹਨਾਂ ਦੀ ਰੱਖਿਆ ਕਰਦੀ ਹੈ। ਲੁਕਣ ਵਾਲੀਆਂ ਥਾਵਾਂ 'ਚ ਦਾਖਲ ਹੋਣ ਤੋਂ ਸਰਕਾਰ ਡਰਦੀ ਹੈ। ਇੱਕ ਵਾਰ ਕਿਸੇ ਦੇ ਪਿੱਛੇ ਪੈ ਜਾਣ ਤਾਂ ਕੁਨਬੇ ਦਾ ਕੁਨਬਾ ਤਬਾਹ ਕਰ ਦਿੰਦੇ ਹੈ। DIG ਅਟਵਾਲ ਤੇ DSP ਬਚਨ ਸਿੰਘ ਵਰਗਿਆਂ ਦੇ ਕਿੱਸੇ ਸਭ ਦੇ ਸਾਹਮਣੇ ਸੀ। ਮਜਬੂਰੀ ਵਸ ਗਿਆ ਤਾਂ ਵੀ ਤਾਂ ਕਬੂਤਰ ਵਾਂਗ ਅੱਖਾਂ ਮੀਟ ਲਈਆਂ, ਕਿਤੇ ਕੁਝ ਵੀ ਹੁੰਦਾ ਰਹੇ। ਉਹਨੇ ਕਦੇ ਪਰਵਾਹ ਨਹੀਂ ਕੀਤੀ। ਵਾਰਦਾਤ ਪੂਰਬ 'ਚ ਹੁੰਦੀ, ਪੁਲਿਸ ਪੱਛਮ ਵੱਲ ਜਾਂਦੀ। ਬੈਂਕ ਡਕੈਤੀਆਂ ਕਾਰਾਂ ਵਾਲੇ ਕਰਦੇ, ਕੁਟਾਪਾ ਸਾਂਸੀਆਂ ਤੇ ਚੜ੍ਹਦਾ। ਕੋਈ ਝਪਟ ਨਹੀਂ, ਕੋਈ ਪੁਲਿਸ ਮੁਕਾਬਲਾ ਨਹੀਂ। ਅੱਕ ਕੇ ਆਪੇ SSP ਨੇ ਹਥਿਆਰ ਸੁੱਟ ਦਿੱਤੇ। ਮੁੜ ਉਹ ਪੁਲਿਸ ਲਾਈਨ ਜਿਹੜਾ ਖਾੜਕੂਆਂ ਦੇ ਕੰਮ 'ਚ ਦਖਲ ਹੀ ਨਹੀਂ ਦਿੰਦਾ ਤਾਂ ਉਹਨਾਂ ਦਾ ਸਿਰ ਭਾਵੇਂ ਹੈ ਕਿ ਉਹਨੂੰ ਆਪਣੀ ਹਿੱਟ ਲਿਸਟ ਤੇ ਚਾੜੀ ਫਿਰਨ। ਗੁਰਮੁਖ ਦਾ ਸਾਲ ਦੇ ਅੰਦਰ ਅੰਦਰ ਅਕਾਲ ਚਲਾਣਾ ਕਰਨ ਦਾ ਤਾਂ ਫਿਰ ਇੱਕੋ ਰਾਹ ਸੀ, ਉਹ ਰਾਹ ਜਿੱਥੇ ਲੋਕ ਆਖਦੇ ਨੇ ਸੰਦੀਪ ਤੁਰਿਆ ਸੀ। ਉਹ ਵਕੀਲ ਸੀ। ਕਾਨੂੰਨ ਜਾਣਨ ਵਾਲੇ ਦਾ ਮਨ ਕਮਜ਼ੋਰ ਹੁੰਦਾ ਹੈ।
ਉਹਨੂੰ ਪਤਾ ਸੀ ਪੁਲਿਸ ਚਾਹੇ ਤਾਂ ਦਿਨਾਂ 'ਚ ਹੇਠਲੀ ਧਰਤੀ ਉੱਤੇ ਕਰ ਸਕਦੀ ਹੈ। ਕਈ ਪਹਾੜੇ ਦਾ ਟੱਟੂ ਕਰਿਆ ਤਾਂ ਪਹਿਲੇ ਹੀ ਹੂਰੇ 'ਚ ਉਹਨੇ ਸਭ ਕੁਝ ਉਗਲ ਦੇਣਾ। ਇੱਕ ਕੌੜਾ ਘੁੱਟ ਤਾਂ ਉਹਨੂੰ ਖੁਦ ਹੀ ਭਰਨਾ ਪੈਣਾ ਸੀ। ਪਾਠ ਦੀ ਆਖਰੀ ਵਾਕ ਸੁਣ ਕੇ ਪ੍ਰੀਤਮ ਦੇ ਸਾਹ ਸੁੱਕਣ ਲੱਗੇ। ਕੁਛ ਹੀ ਪਲਾਂ ਬਾਅਦ ਬਿਨਾਂ ਥਾਣੇਦਾਰੀ ਦਾ ਮੂੰਹ ਬਣਾਏ ਉਹਦੇ 20,000 ਨੂੰ ਥੁੱਕ ਲੱਗ ਜਾਣਾ ਸੀ। ਐਨ ਆਖਰੀ ਵਕਤ ਤੇ ਤੁਰੇ ਆਉਂਦੇ ਪ੍ਰਧਾਨ ਨੂੰ ਵੇਖ ਕੇ ਉਹਨੂੰ ਲੱਗਾ ਵਾਹਿਗੁਰੂ ਖੁਦ ਡੁੱਬਦੇ ਨੂੰ ਤਿਨਕੇ ਦਾ ਸਹਾਰਾ ਬਣ ਕੇ ਆਇਆ। ਚਲੋ ਕੋਈ ਬੋਲਣ ਵਾਲਾ ਤਾਂ ਪੁੱਜਿਆ, ਪ੍ਰੈਸ 'ਚ ਖਬਰਾਂ ਦੇਣ ਜੋਗੇ ਤਾਂ ਹੋਏ। ਪ੍ਰਧਾਨ ਦੀ ਮੱਧਮ ਚਾਲ ਵੇਖ ਕੇ ਇੱਕ ਵਾਰ ਫੇਰ ਉਹਦਾ ਦਿਲ ਤੱਕ ਤੱਕ ਕਰਨ ਲੱਗਿਆ। ਪ੍ਰਧਾਨ ਦੀ ਤੋਰ ਉਦੋਂ ਮੱਠੀ ਪੈਂਦੀ ਜਦੋਂ ਉਦਾਸ ਹੋਵੇ, ਨਹੀਂ ਤਾਂ ਉਹ ਘੋੜੇ ਵਾਂਗ ਛਾਲਾਂ ਮਾਰਦਾ ਹੈ। ਹੋਰ ਸਬਰ ਕਰਨ ਦੀ ਹਿੰਮਤ ਨਹੀਂ ਸੀ। ਤੇਜ਼ ਕਦਮੀ ਉਹ ਪ੍ਰਧਾਨ ਨਾਲ ਜਾ ਰਲਿਆ। ਪ੍ਰਧਾਨ ਉਹ ਤੋਂ ਵੀ ਜ਼ਿਆਦਾ ਖਿਜਿਆ ਪਿਆ ਸੀ। ਪ੍ਰੀਤਮ ਦੇ ਪਹਿਲੇ ਹੀ ਸਵਾਲ ਦੇ ਜਵਾਬ 'ਚ ਉਹਨੇ ਠਾਹ ਸੋਟਾ ਜੜ ਦਿੱਤਾ। ਸਰਕਾਰ ਤੈਨੂੰ ਨੌਕਰੀ ਦੇਣ ਨੂੰ ਤਿਆਰ ਨਹੀਂ। ਸਾਲੇ ਆਖਦੇ ਨੇ ਕਤਲ ਕਿਸੇ ਦੁਸ਼ਮਣ ਨੇ ਕੀਤਾ, ਅੱਤਵਾਦੀਆਂ ਨਾਲ ਤਾਂ ਉਹਦਾ ਲਾਗਾ ਦੀਗਾ ਵੀ ਨਹੀਂ। ਇਹ ਸਭ ਬਕਵਾਸ ਹੈ। ਉਹਨਾਂ ਦਾ ਕੀ ਹੈ, ਮਾੜੀ ਜੀ ਗੱਲ ਤੇ ਵੀ ਬੰਦਾ ਮਾਰ ਦਿੰਦੇ ਆ। ਉਹਨਾਂ ਨੂੰ ਬਾਪੂ ਦਾ ਰਿਵਾਲਵਰ ਚਾਹੀਦਾ ਸੀ। ਨਿੱਤ ਦੀਆਂ ਮਾੜਾ ਧਾੜਾਂ ਕਰਨ ਵਾਲਿਆਂ ਲਈ ਅਸਲਾ ਕੋਟੀ ਮਾਮੂਲੀ ਚੀਜ਼ ਨਹੀਂ ਹੁੰਦੀ। ਪ੍ਰਧਾਨ ਦੇ ਸਿੱਧੇ ਸਪਾਟ ਜਵਾਬ ਦੇ ਪ੍ਰੀਤਮ ਇਉਂ ਬੜਬੜਾ ਉੱਠਿਆ ਜਿਵੇਂ ਉਹਨੂੰ ਕਾਤਲ ਗਰਦਾਨਿਆ ਗਿਆ ਹੋਵੇ। ਹੋਰ ਕੀ ਕਹਿੰਦੇ ਨੇ? ਫਿਰ ਕਿਹਨੇ ਕਤਲ ਕੀਤਾ ਹੋਇਆ? ਪ੍ਰੀਤਮ ਦੀ ਜ਼ੁਬਾਨ ਥਥਲਾਉਣ ਲੱਗੀ ਸੀ। ਮੈਨੂੰ ਬਹੁਤਾ ਪਤਾ ਨਹੀਂ। ਰਣਜੀਤ ਪਿੱਛੇ ਆਉਂਦਾ, ਉਹ ਹੁਣ ਤਫਤੀਸ਼ ਉਹ ਕਰ ਰਿਹਾ। ਸਭ ਕੁਝ ਦੱਸ ਦਿਓ। ਤੂੰ ਘਬਰਾ ਨਾ, ਆਪਾਂ ਨੌਕਰੀ ਲੈ ਕੇ ਛੱਡਾਂਗੇ। ਕੀਰਤਨ ਸਮਾਪਤ ਹੋ ਗਿਆ ਸੀ। ਤਕਰੀਰਾਂ ਦੀ ਵਾਰੀ ਸੀ। ਪ੍ਰੀਤਮ ਦੀ ਪਿੱਠ ਥਾਪੜ ਕੇ ਉਹ ਪੰਡਾਲ ਵੱਲ ਗਿਆ। ਸਟੇਜ ਦਾ ਕੰਮ ਉਹਨੇ ਹੀ ਸੰਭਾਲਣਾ ਸੀ। ਬੁੱਤ ਬਣੇ ਪ੍ਰੀਤਮ ਨੂੰ ਸਾਰੀ ਧਰਤੀ ਘੁੰਮਦੀ ਨਜ਼ਰ ਆਉਣ ਲੱਗੀ। ਇਸੇ ਮੁਕੱਦਮੇ ਦੀ ਛਾਣਬੀਣ ਇੰਨੀ ਸ਼ਿੱਦਤ ਨਾਲ ਕਿਉਂ ਹੋ ਰਹੀ ਹੈ? ਅਣਪਛਾਤੇ ਵਿਅਕਤੀਆਂ ਹੱਥੋਂ ਕਤਲ ਹੋਏ ਮੁਕੱਦਮੇ ਦੀ ਤਫਤੀਸ਼ ਤੋਂ ਤਾਂ ਹਰ ਪੁਲਿਸ ਅਫਸਰ ਭੂਤ ਵਾਂਗ ਡਰਦਾ ਹੈ, ਜਿਵੇਂ ਕਮੇਟੀ ਵਾਲੇ ਮਰੇ ਕੁੱਤੇ ਦੀ ਪੂਛ 'ਚ ਰੱਸੀ ਪਾ ਕੇ ਰੂੜੀ ਤੇ ਸੁੱਟਣ ਤੱਕ ਜ਼ਿੰਮੇਵਾਰ ਹੁੰਦੇ ਆ। ਇਸੇ ਤਰ੍ਹਾਂ ਪੁਲਿਸ ਅਗਲੇ ਦਾ ਪੋਸਟਮਾਰਟਮ ਕਰਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰਕੇ ਗਹਿਰੀ ਨੀਂਦ ਸੌਂ ਜਾਂਦੀ ਹੈ। ਕਾਤਲ ਭਾਵੇਂ ਥਾਣੇਦਾਰ ਦੇ ਬਰਾਬਰ ਕੁਰਸੀ ਡਾਹੀ ਬੈਠੇ ਹੋਣ, ਮਿਸਲਾਂ 'ਚੋਂ ਪਾਕਿਸਤਾਨ ਅੱਪੜੇ ਹੁੰਦੇ ਆ ਤੇ ਜਾਂ ਕਿਸੇ ਧਾਰਮਿਕ ਸਥਾਨ 'ਚ ਛੁਪੇ ਹੁੰਦੇ ਆ। ਪ੍ਰੀਤਮ ਨੂੰ ਤਾਂ ਉਮੀਦ ਸੀ ਉਹਨਾਂ ਦੇ ਕੇਸ ਨਾਲ ਵੀ ਇੰਜੇ ਹੋਏਗੀ। ਨਾ ਕਿਸੇ ਨੂੰ ਕਾਰਾਂ ਘੁੰਮਣ ਨੂੰ ਮਿਲਦੀਆਂ, ਨਾ ਵਿਸਕੀਆਂ ਪੀਣ ਨੂੰ। ਫਿਰ ਕਿਸ ਕੋਲ ਵਕਤ ਹੈ ਇਸ ਵਗਾਰ ਨੂੰ ਮੱਥਾ ਮਾਰਨ ਦਾ? ਰਣਜੀਤ ਅੰਕਲ ਨੂੰ ਤਫਤੀਸ਼ ਨਾਲ ਜੁੜਿਆ ਸੁਣ ਕੇ ਪ੍ਰੀਤਮ ਦਾ ਸਰੀਰ ਪਸੀਨੋ ਪਸੀਨੇ ਹੋ ਗਿਆ। ਬਿੰਦੇ ਝੱਟੇ ਇੱਕ ਘੁਮੇਰ ਦਿਲ 'ਚ ਉੱਠ ਕੇ ਦਿਮਾਗ ਨੂੰ ਜਾ ਚੜ੍ਹਦੀ। ਡਿੱਗਦਾ ਡਿੱਗਦਾ ਮਸਾਂ ਹੀ ਸੰਭਲਿਆ। ਰਣਜੀਤ ਨੂੰ ਕਿਉਂ ਅਚਾਨਕ ਇਸ ਪਰਿਵਾਰ ਨਾਲ ਮੋਹ ਜਾਗ ਪਿਆ ਸੀ, ਇਹਦੀ ਸਮਝ ਹੁਣ ਪ੍ਰੀਤਮ ਨੂੰ ਆਈ ਸੀ। ਠੀਕ ਹੈ, ਬਾਪੂ ਨੇ ਉਹਨੂੰ ਪੁਲਿਸ 'ਚ ਭਰਤੀ ਕਰਾਇਆ, ਤਰੱਕੀਆਂ ਦਵਾਈਆਂ, ਤਾਂ ਵੀ ਬਾਪੂ ਦੇ ਜਿਉਂਦੇ ਜਿਉਂਦੇ ਸਾਲ 'ਚੋਂ ਇੱਕ ਅੱਧ ਚੱਕਰ ਹੀ ਮਾਰਦਾ ਸੀ। ਇਸ ਸਾਲ ਤਾਂ ਕੋਈ ਰਾਤਾਂ ਵੀ ਕੱਟ ਗਿਆ ਸੀ। ਆਨੇ ਬਹਾਨੇ ਉਹ ਕਈ ਵਾਰ ਵਾਰਦਾਤ ਵਾਲੀ ਜਗ੍ਹਾ ਤੇ ਵੀ ਗਿਆ ਸੀ ਤੇ ਮੋਟਰ ਤੇ ਵੀ, ਤੇ ਘੰਟਿਆਂ ਬੱਧੀ ਉਹ ਬਾਪੂ ਦੇ ਪੁਰਾਣੇ ਚਿੱਠੇ ਖੁੱਲ੍ਹੀ ਰੱਖਦਾ। ਇੱਕ ਵਾਰੀ ਪ੍ਰੀਤਮ ਤੋਂ ਚੋਰੀ ਚੋਰੀ ਬੰਦੂਕ ਵੀ ਲੈ ਗਿਆ। ਬੰਦੂਕ ਦੀ ਵਾਪਸੀ ਦੇ ਨਾਲ ਨਾਲ ਹੀ ਮਾਂ ਦੇ ਤੌਰ ਤਰੀਕੇ ਵੀ ਬਦਲ ਗਏ। ਕਈ ਵਾਰ ਉਹਨੇ ਬੰਦੂਕ ਨੂੰ ਦਫਾ ਕਰਨ ਦੀ ਗੱਲ ਆਖੀ ਸੀ ਤੇ ਕੁਝ ਦਿਨ ਪਹਿਲਾਂ ਸ਼ਿਵ ਦਿਆਲੇ ਵਾਲੇ ਖੂਹ ਦੀ ਛਾਣਬੀਣ ਵੀ ਹੋਈ ਸੀ। ਚੋਰੀ ਦਾ ਮਾਲ ਬਰਾਮਦ ਕਰਨਾ ਤਾਂ ਪੁਲਿਸ ਦਾ ਡਰਾਮਾ ਹੀ ਸੀ। ਲੱਭਣ ਤਾਂ ਰਿਵਾਲਵਰ ਹੀ ਆਏ ਸੀ ਜੋ ਉਹਨਾਂ ਲੱਭ ਲਿਆ ਸੀ। ਸਵਾਗਤੀ ਗੇਟ ਤੇ ਖੜਿਆਂ ਹੀ ਪ੍ਰੀਤਮ ਦੇ ਕਾਨੂੰਨੀ ਦਿਮਾਗ ਨੇ ਗੁਰਮੁਖ ਦੇ ਕਤਲ ਦੀ ਗੁੱਥੀ ਸੁਲਝਾ ਲਈ। ਸਵਾਗਤੀ ਗੇਟ ਤੇ ਉਹਦਾ ਕੋਈ ਕੰਮ ਨਹੀਂ ਸੀ। ਮਨ ਦੇ ਕਦਮ ਪੁੱਟਦਾ ਉਹ ਪੰਡਾਲ ਦੀ ਇੱਕ ਨੁੱਕਰ 'ਚ ਜਾ ਬੈਠਾ। ਪ੍ਰਧਾਨ ਮਾਈਕ ਤੇ ਗਰਜ ਰਿਹਾ ਸੀ। ਜਿਸ ਦਿਸ਼ਾ ਵੱਲ ਪ੍ਰਧਾਨ ਦਾ ਭਾਸ਼ਣ ਵੱਧ ਰਿਹਾ ਸੀ, ਉਹ ਤੋਂ ਲੱਗਦਾ ਸੀ ਉਹ ਕਿਸੇ ਵੀ ਸਮੇਂ ਗੁਰਮੁਖ ਦੇ ਕਾਤਲਾਂ ਦੀ ਸ਼ਨਾਖਤ ਦਾ ਐਲਾਨ ਕਰ ਸਕਦਾ ਹੈ। ਕੁਝ ਹੀ ਦਿਨਾਂ 'ਚ ਉਹਨਾਂ ਨੂੰ ਕਟਹਿਰੇ 'ਚ ਖੜਾਉਣ ਦਾ ਦਾਅਵਾ ਕਰ ਸਕਦਾ ਸੀ। ਕੌਲੇ ਨਾਲ ਸੁੰਗੜੇ ਹੋਏ ਪ੍ਰੀਤਮ ਨੂੰ ਬਿੰਦੇ ਝੱਟੇ ਰਣਜੀਤ ਦਾ ਵਿਰਾਟ ਪੁਲਸੀਆ ਰੂਪ ਦਿਖਾਈ ਦੇਣ ਲੱਗਦਾ। ਉਹਨੂੰ ਲੱਗਦਾ ਰਣਜੀਤ ਦੀਆਂ ਪੁਲਸੀਆ ਅੱਖਾਂ ਉਹਨੂੰ ਤਿੰਨਾਂ ਲੋਕਾਂ 'ਚ ਖੋਜਣ ਦੀ ਸਮਰੱਥਾ ਰੱਖਦੀਆਂ ਹਨ। ਉਹਦੇ ਲੰਬੇ ਖੂੰਖਾਰ ਹੱਥ ਹੌਲੀ ਹੌਲੀ ਪ੍ਰੀਤਮ ਦੀ ਗਿੱਚੀ ਵੱਲ ਵਧ ਰਹੇ। ਭਾਸ਼ਣ ਦਾ ਇੱਕ ਸ਼ਬਦ ਸਿੱਕਾ ਬਣ ਕੇ ਉਹਦੇ ਕੰਨਾਂ 'ਚ ਘੁੰਮਣ ਲੱਗਿਆ। ਬੋਲੇ ਹੋ ਚੁੱਕੇ ਕੰਨਾਂ ਨੂੰ ਸਾਹ ਤੋਂ ਬਿਨਾਂ ਕੁਝ ਵੀ ਨਹੀਂ ਸੀ ਸੁਣ ਰਿਹਾ। ਮਾਂ ਦੇ ਕੰਨ 'ਚ ਘੁਸਰ ਮੁਸਰ ਕਰਦੇ ਰਣਜੀਤ ਨੂੰ ਦੇਖ ਕੇ ਪ੍ਰੀਤਮ ਨੂੰ ਹੱਥਾਂ ਪੈਰਾਂ ਦੀ ਪੈ ਗਈ। ਰਣਜੀਤ ਨਾਲ ਕਿਸ ਮੂੰਹ ਨਾਲ ਅੱਖ ਮਿਲਾਵੇ? ਡਰਿਆ ਸਹਿਮਿਆ ਮੁਰਦਾ ਦੇਹ ਨੂੰ ਸੰਭਾਲਦਾ ਉੱਠਿਆ ਤੇ ਹਨੇਰੀ ਸਭਾ 'ਚ ਸੰਦੂਕਾਂ ਲਾਗੇ ਪਏ ਪਲੰਘ ਤੇ ਜਾ ਡਿੱਗਾ। ਨਮ ਹੋਈਆਂ ਅੱਖਾਂ ਅੱਗੇ ਭੰਬੂ ਤਾਰੇ ਨੱਚਣ ਲੱਗੇ। ਤਰ੍ਹਾਂ ਤਰ੍ਹਾਂ ਦੇ ਉਹਨਾਂ 'ਚ ਉੱਭਰਦੇ ਚਿੱਤਰ ਉਹਨੂੰ ਡਰਾਉਣ ਲੱਗੇ।
ਕਿਸੇ ਵਿੱਚ ਉਹਨੂੰ ਥਾਣੇਦਾਰ ਦੀ ਥਾਂ ਕੈਦੀਆਂ ਵਾਲੀ ਵਰਦੀ ਮਿਲ ਰਹੀ ਹੁੰਦੀ, ਕਿਸੇ 'ਚ ਰਣਜੀਤ ਉਹਦੀ ਮਾਂ ਦੇ ਹੱਥੋਂ ਚੈੱਕ ਹਥਿਆਰਿਆ ਹੁੰਦਾ। ਸੁਬਾਤ ਵੱਲ ਵੱਧਦੇ ਨਿੱਗਰ ਬੂਟਾਂ ਦਾ ਖੜਕਾ ਸੁਣ ਕੇ ਉਹ ਹੋਰ ਆਪਣੇ ਆਪ 'ਚ ਸੁੰਗੜ ਗਿਆ। ਤੂੰ ਇੱਥੇ ਪਿਆ, ਅਸੀਂ ਤੈਨੂੰ ਲੱਭ ਹੰਭ ਗਏ। ਪ੍ਰੀਤਮ ਉਤਲਾ ਖੇਸ ਖਸਕਾ ਕੇ ਜਦੋਂ ਮਾਂ ਨੇ ਤੱਕਿਆ, ਪ੍ਰੀਤਮ ਸਰਾਣੇ 'ਚ ਮੂੰਹ ਦੇਈ ਹੁਬਕੀ ਰੋ ਰਿਹਾ ਸੀ। ਮਾਂ ਦੀ ਵੀ ਭੁੱਬ ਨਿਕਲ ਗਈ। ਬਾਲਾਂ ਵਾਂਗ ਉਹਨੇ ਪ੍ਰੀਤਮ ਨੂੰ ਗੋਦ 'ਚ ਪਾ ਲਿਆ ਤੇ ਵਾਹ ਦਾ ਹੀ ਚੁੰਮਣ ਲੱਗੀ। ਤੂੰ ਇੰਨਾ ਕਿਉਂ ਉਧਰ ਗਿਆ ਪੁੱਤਰ? ਜੋ ਇਸ ਸੰਸਾਰ ਤੇ ਆਇਆ ਉਹਨੇ ਇੱਕ ਦਿਨ ਜਾਣਾ ਹੀ ਹੈ। ਤੇਰਾ ਬਾਪ ਤਾਂ ਨਾ ਕਮਾ ਕੇ ਮਰਿਆ। ਆਖਦੀ ਮਾਂ ਦੀਆਂ ਗੱਲਾਂ ਤੇ ਗਿਰੇ ਨਿੱਘੇ ਹੰਝੂਆਂ ਨੇ ਉਹਦੇ ਅੰਦਰਲੀ ਅੱਧੀ ਜ਼ਹਿਰ ਚੂਸ ਲਈ। ਮਾਂ ਤਾਂ ਹਾਲੇ ਵੀ ਉਹਨੂੰ ਓਨਾ ਹੀ ਮੋਹ ਕਰਦੀ ਸੀ। ਪ੍ਰੀਤਮ ਨੂੰ ਸੰਭਲਦਾ ਵੇਖ ਕੇ ਰਣਜੀਤ ਵੀ ਉਹਦੇ ਬਰਾਬਰ ਬੈਠ ਗਿਆ। ਸਾਡੇ ਹੁੰਦੇ ਤੈਨੂੰ ਕਾਹਦਾ ਫਿਕਰ ਹੈ ਭਾਂਜੇ? ਤਫਤੀਸ਼ ਪੁੱਠੇ ਰਾਹ ਪੈਣ ਲੱਗੀ ਸੀ, ਇਸ ਲਈ ਮੈਨੂੰ ਦਖਲ ਅੰਦਾਜ਼ੀ ਕਰਨੀ ਪਈ। ਮੈਂ ਆਪੇ ਕਿਸੇ ਕੁਰਬਾਨੀ ਦੇ ਬੱਕਰੇ ਤੇ ਕੇਸ ਫਿੱਟ ਕਰ ਦਿਓ। ਦੇਖੀ 4 ਦਿਨਾਂ ਨੂੰ ਥਾਣੇਦਾਰੀ ਤੇਰੇ ਪਿੱਛੇ ਫਿਰੂ। ਤੇ ਰਣਜੀਤ ਦੇ ਸਹਾਰੇ ਪ੍ਰੀਤਮ ਉੱਠ ਕੇ ਬੈਠ ਗਿਆ। ਪ੍ਰਧਾਨ ਉੱਚੀ ਗੜਕ ਰਿਹਾ ਸੀ। ਐਜੀਟੇਸ਼ਨ ਦੀ ਧਮਕੀ ਦਿੱਤੀ ਜਾ ਰਹੀ ਸੀ। ਬੁਲਾਰਿਆਂ 'ਚ ਤਕਰੀਰਾਂ ਸੁਣ ਕੇ ਇੱਕ ਵਾਰ ਫੇਰ ਪ੍ਰੀਤਮ ਦੀਆਂ ਅੱਖਾਂ 'ਚ ਸੁਪਨੇ ਲਟਕਣ ਲੱਗੇ, ਮੋਢਿਆਂ ਤੇ ਲਿਸ਼ਕਦੇ ਸਟਾਰਾਂ ਦੇ ਸੁਪਨੇ। ਧੰਨਵਾਦ।